10ਵੀਂ ਜਮਾਤ ਦੇ ਪਿਆਰੇ ਵਿਦਿਆਰਥੀਓ, ਅਸੀਂ ਅੱਜ 14.2 ਕਰਾਂਗੇ। 1 ਮਿੰਟ ਬੇਟਾ। 14.2 ਜਿਹਦੇ ਵਿੱਚ ਬੋਲਕ ਦੇ ਸਵਾਲ ਕਰਨੇ ਆਪਾਂ। ਦੇਖੋ ਇਹਦੇ ਵਿੱਚ ਕੀ ਕਿਹਾ, ਹੇਠਾਂ ਦਿੱਤੀ ਸਾਰਣੀ ਕਿਸੇ ਹਸਪਤਾਲ ਵਿੱਚ ਇੱਕ ਵਿਸ਼ੇਸ਼ ਸਾਲ ਵਿੱਚ ਭਰਤੀ ਹੋਈ ਰੋਗੀਆਂ ਦੀ ਉਮਰ ਦਰਸਾਉਂਦੀ ਹੈ। ਜਿਵੇਂ ਹੁਣ ਉਮਰ ਦਿੱਤੀ ਹੋਈ ਹੈ ਸਾਲਾਂ ਵਿੱਚ ਅਤੇ ਰੋਗੀਆਂ ਦੀ ਸੰਖਿਆ, ਠੀਕ ਹੈ। 5 ਤੋਂ 15 ਸਾਲ ਦੇ ਰੋਗੀ 6 ਨੇ, 15 ਤੋਂ 25 ਦੇ 11, 25 ਤੋਂ 35 21, ਐਂ ਕਰਕੇ ਆਪਾਂ ਨੂੰ ਦਿੱਤਾ ਹੋਇਆ। ਦੇਖੋ ਇਹ ਦਿੱਤੀ ਹੋਈ ਹੈ ਉਮਰ, ਇੰਨੀ ਉਮਰ ਦੇ ਇੰਨੇ ਇੰਨੇ ਰੋਗੀ ਨੇ, ਠੀਕ ਹੈ ਬੇਟਾ। ਹੁਣ ਜਿਹੜਾ ਬੋਲਕ ਹੁੰਦਾ, ਬੋਲਕ ਕੀ ਹੁੰਦਾ ਹੈ? ਬੋਲਕ ਉਹ ਹੁੰਦਾ ਜਿਹੜਾ ਜ਼ਿਆਦਾ ਵਾਰੀ ਆਵੇ, ਠੀਕ ਹੈ, ਜਿਹੜਾ ਜ਼ਿਆਦਾ ਵਾਰੀ ਆਵੇ, ਜਿਹਦੇ ਵਿੱਚ ਜ਼ਿਆਦਾ ਹੋਣ। ਅਤੇ ਹੁਣ ਦੇਖੋ ਬੇਟਾ ਇਹਦੇ ਵਿੱਚ ਕੀ ਹੈ, ਜਿਹੜਾ ਸਭ ਤੋਂ ਜ਼ਿਆਦਾ ਕੀ ਹੈ 23 ਦੇ ਸਾਹਮਣੇ ਹੈਗਾ 35 ਤੋਂ 45, 23 ਇਹਦੇ 'ਚ ਸਭ ਤੋਂ ਜ਼ਿਆਦਾ, ਠੀਕ ਹੈ। ਬੋਲਕ ਦਾ ਫਾਰਮੂਲਾ ਹੁੰਦਾ ਹੈ ਬੋਲਕ ਬਰਾਬਰ L + F0 - F1 ਬਟਾ 2 F1 - F0 - F2 ਗੁਣਾ H, ਠੀਕ ਹੈ। ਹੁਣ ਇਹਦੇ ਵਿੱਚ ਦੇਖੋ ਕੁਛ ਨਹੀਂ ਕਰਨਾ, ਜਿਹੜਾ ਸਭ ਤੋਂ ਜ਼ਿਆਦਾ ਉਹਨੂੰ F1 ਲੈ ਲਿਆ ਅਤੇ ਉਦੋਂ ਉੱਪਰ ਵਾਲਾ F0, ਉਦੋਂ ਹੇਠਾਂ ਵਾਲਾ F2, ਠੀਕ ਹੈ। ਅਤੇ ਜਿਹੜੀ ਹੁੰਦੀ ਆ F1 ਉਹਦੇ ਸਾਹਮਣੇ ਵਾਲੀ ਜਿਹੜੀ ਹੁੰਦੀ ਹੈ ਹੇਠਾਂ, ਜਿਵੇਂ 35 ਤੋਂ 45 ਆ, ਇਹਨੂੰ ਆਪਾਂ ਹੇਠਲੀ ਸੀਮਾ ਕਹਿੰਦੇ ਹਾਂ, ਇਹਨੂੰ ਉੱਪਰਲੀ ਸੀਮਾ ਕਿਸੇ ਵੀ ਵਰਗ ਅੰਤਰਾਲ ਦੀ। ਆਹ ਹੇਠਲੀ ਆ, ਆਹ ਉੱਪਰਲੀ ਸੀਮਾ, ਆਹ ਹੇਠਲੀ ਸੀਮਾ, ਆਹ ਉੱਪਰਲੀ ਸੀਮਾ। ਇਸੇ ਤਰੀਕੇ ਨਾਲ ਆਪਾਂ ਜਿਹੜੀ L ਯੂਜ਼ ਕਰਨੀ ਆ ਉਹ ਇਹਦੇ ਸਾਹਮਣੇ ਵਾਲੀ ਯੂਜ਼ ਕਰਨੀ ਆ, ਹੇਠਲੀ ਸੀਮਾ ਉੱਪਰਲੀ ਸੀਮਾ, ਠੀਕ ਹੈ। ਅਤੇ ਇਹਦੀ L ਹੈ ਜਿਹੜੀ L ਹੈ ਉਹ ਹੇਠਲੀ ਸੀਮਾ ਗੀ ਉਹ 35 ਆ, ਠੀਕ ਹੈ, ਇੱਥੇ 35। ਹੁਣ ਦੇਖੋ 23 F1, ਜਿਵੇਂ ਹੁਣ ਇਹਦਾ ਬੋਲਕ ਪਤਾ ਕਰਨ ਨੂੰ ਕਿਹਾ ਤਾਂ ਬੋਲਕ ਕਿਹਦੇ ਬਰਾਬਰ ਹੋਊਗਾ, ਇਹਨੂੰ ਮੋਡ ਵੀ ਕਹਿ ਦਿੰਦੇ ਹਾਂ। ਪਹਿਲਾਂ L ਭਰਨੀ ਹੈ, L ਕਿੰਨੀ ਹੈ ਰਾਜੇ 35, ਠੀਕ ਹੈ, ਉਹ 35 ਭਰਤੀ, ਪਲੱਸ F0 ਜਿਹੜਾ ਸਭ ਤੋਂ ਜ਼ਿਆਦਾ ਹੁੰਦਾ ਉਹਨੂੰ ਆਪਾਂ F1 ਮੰਨਦੇ ਹਾਂ, ਉਸ ਤੋਂ ਉੱਪਰ ਵਾਲਾ F0 ਹੁੰਦਾ ਅਤੇ ਉਸ ਤੋਂ ਅਗਲੇ ਵਾਲਾ F2 ਹੁੰਦਾ। ਤਾਂ ਹੁਣ ਆਪਣੇ ਕੋਲ ਪਹਿਲਾਂ F0 ਚਾਹੀਦਾ, F0 ਹੈਗਾ ਆਪਣੇ ਕੋਲ 21 ਮਾਈਨਸ F1 ਕਿੰਨਾ ਗਾ 23 ਬਟਾ 2 F1 F0 ਭਰ ਲਿਆ ਮਾਈਨਸ F1 ਭਰ ਲਿਆ, 2 F1, ਹੁਣ 2 ਗੁਣਾ F1 ਕਿੰਨਾ ਗਾ 23 ਮਾਈਨਸ F0 ਕਿੰਨਾ 21 ਮਾਈਨਸ F2 ਕਿੰਨਾ F0 21, F2 ਹੈਗਾ 14, ਠੀਕ ਹੈ। ਇਹ ਆ ਗਿਆ ਗੁਣਾ H ਕਿੰਨੀ ਹੁੰਦੀ ਹੈ ਰਾਜੇ, ਜਿੰਨਾ ਇਹਨਾਂ ਦੇ ਵਿੱਚ ਫਰਕ ਹੁੰਦਾ। 5 ਤੋਂ 15 10, 15 ਤੋਂ 25 10, ਠੀਕ ਹੈ। ਇਹ ਹੋ ਗਿਆ 10, 35, 21 ਮਾਈਨਸ 23 ਮਾਈਨਸ ਦੇ 2 ਬਟਾ 23 ਗੁਣਾ 2 46, 46 ਚੋਂ 21 ਕੱਢ ਦਿਓ ਅਤੇ 14 ਕੱਢ ਦਿਓ, ਠੀਕ ਹੈ। ਕਿੰਨੇ ਹੋ ਜਾਣਗੇ 35 ਹੋ ਜਾਣਗੇ, 46 ਚੋਂ 35 ਕੱਢ ਦਿਓ ਸਿੱਧਾ, ਇੱਥੇ ਪਲੱਸ ਦੀ ਨਿਸ਼ਾਨੀ ਆ, 35 ਪਲੱਸ, ਠੀਕ ਹੈ, ਮਾਈਨਸ ਦੇ 2, 46 ਚੋਂ 35 ਕੱਢੇ 11 ਆ ਗਏ, ਠੀਕ ਹੈ ਰਾਜੇ। ਅਤੇ ਇੱਥੇ ਹੈਗਾ ਗੁਣਾ 10। ਫਿਰ ਹੁਣ ਤੁਹਾਡੇ ਕੋਲ ਕੀ ਬਣ ਗਿਆ 35, ਆਹ ਪਲੱਸ ਆ ਮਾਈਨਸ ਆ, ਤਾਂ ਇੱਥੇ ਮਾਈਨਸ ਦੇ 20 ਬਣ ਜਾਣਗੇ, ਕਿਉਂਕਿ 2 ਗੁਣਾ 10 ਕਿੰਨਾ ਹੋ ਜੂ 20 ਬਟਾ 11। ਹੁਣ 20 ਬਟਾ 11 ਨੂੰ ਸੋਲਵ ਕਰ ਲਓ, 20 ਅੰਦਰ ਰਹਿ ਗਿਆ, 11 ਬਾਹਰ ਆ ਗਿਆ, 11 ਏਕਮ 11, ਕਿੰਨੇ ਬਚ ਗਏ 9 0 ਪੁਆਇੰਟ 11 8 88, ਬਸ ਇੰਨਾ ਹੀ ਬਹੁਤ ਆ। 35 ਮਾਈਨਸ 1.8, ਇੱਥੇ ਕਿੰਨਾ ਰਹਿ ਜੂਗਾ 35 ਚੋਂ ਪਹਿਲਾਂ ਤਾਂ ਕੱਢ ਦਿਓ 34, 34 ਚੋਂ 8 ਕਰ ਦਿਓ 33.2, ਇੰਨਾ ਆਨਸਰ ਆ ਜੂਗਾ। ਇਹ ਕੀ ਹੈਗਾ ਇੱਥੇ ਆਪਣੇ ਕੋਲ ਬੋਲਕ, ਠੀਕ ਹੈ ਰਾਜੇ। ਹੁਣ ਦੇਖੋ ਜਿਹੜਾ ਬੋਲਕ ਹੈ 14.2 ਦਾ ਜਿਹੜੇ ਸਵਾਲ ਨੇ ਉਹ ਸਾਰੇ ਬੋਲਕ ਦੇ ਨੇ। ਪਹਿਲਾ ਸਵਾਲ ਬੋਲਕ ਦਾ ਦੇ ਨਾਲ ਹੀ ਮੱਧਮਾਨ ਪਤਾ ਕਰਨ ਨੂੰ ਕਿਹਾ। 14.1 ਦੇ ਵਿੱਚ ਮੈਂ ਤੁਹਾਨੂੰ ਦੋਨੇ ਮੈਥਡ ਦੱਸਦੇ ਨੇ ਮੱਧਮਾਨ ਦੇ, ਠੀਕ ਹੈ, ਉਹਨਾਂ 'ਚੋਂ ਤੁਸੀਂ ਉਹ ਕਰ ਸਕਦੇ ਹੋ। ਇੱਕ ਜਿਹੜਾ ਹੁੰਦਾ ਰਾਜੇ ਕਾਲਪਨਿਕ ਵਿਧੀ ਵੀ ਹੁੰਦੀ ਹੈ ਉਹਦੀ ਮੱਧਮਾਨ ਪਤਾ ਕਰਨ ਦੀ, ਜਿਹੜੀ ਮੈਂ ਕੱਲ੍ਹ ਕਰਵਾਈ ਨਹੀਂ ਸੀ, ਉਹ ਲਗਭਗ ਸਟੈਪ ਡੈਵੀਏਸ਼ਨ ਦੇ ਤਰ੍ਹਾਂ ਹੀ ਹੈ। ਉਹਦੇ ਵਿੱਚ ਕੀ ਹੁੰਦਾ, ਬਸ ਆਪਾਂ ਇੱਕ H ਨਹੀਂ ਕੱਢਣਾ ਹੁੰਦਾ, ਜਿਹੜਾ ਨਾ ਹੀ ਗੁਣਾ ਕਰਨੀ ਹੈ ਭਾਗ ਕਰਨੀ ਹੈ H ਨਾਲ, ਨਾ ਹੀ H ਨਾਲ ਗੁਣਾ ਕਰਨੀ ਆ ਬਾਅਦ 'ਚ ਜਾ ਕੇ, ਜਿਵੇਂ ਕਿ ਆਪਾਂ ਕਰਦੇ ਹੁੰਦੇ ਸੀ। ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਕੱਲ੍ਹ ਜਿਹੜਾ ਸਵਾਲ ਕਰਾਇਆ ਸੀ,
ਮਤਲਬ ਕਿ ਇਹਦੇ ਵਿੱਚ ਵੀ ਹੈਗੇ ਨੇ ਉਹ ਸਵਾਲ, ਮੈਥ 'ਚ ਦਿਖਾ ਦਿੰਦੀ ਹਾਂ ਤੁਹਾਨੂੰ। ਜਿਵੇਂ ਦੇਖੋ ਬੇਟਾ, ਜਦੋਂ ਆਪਾਂ ਐਕਸਾਈਜ਼ ਕੱਢਦੇ ਹਾਂ, ਇਹ 14.8 ਦੇ ਵਿੱਚ ਦੇਖੋ ਐਕਸਾਈ ਕੱਢਦੇ ਹਾਂ ਜਦੋਂ ਆਪਾਂ, ਅਤੇ DI ਬਰਾਬਰ XI - 200, XI DI, ਸਿੱਧਾ DI ਦੇ ਵਿੱਚ ਜਿਹੜਾ ਹੈਗਾ ਇਹਨੂੰ 20 ਨਾਲ ਭਾਗ ਕਰਤਾ, ਇਹ UI ਆ ਗਿਆ। ਇਹ ਤਾਂ ਆਪਣਾ ਹੈਗਾ ਸੀਗਾ ਸਟੈਪ ਡੈਵੀਏਸ਼ਨ, ਜਿਹਨੂੰ ਕਹਿੰਦੇ ਸੀ ਪੱਗ ਵਿਚਲਣ ਵਿਧੀ। ਪਰ ਜਿਹੜੀ ਆਪਾਂ ਕਾਲਪਨਿਕ ਵਿਧੀ ਆ ਉਹਦੇ ਵਿੱਚ ਕੀ ਕਰਨਾ, ਕਿਸੇ ਚੀਜ਼ ਨਾਲ ਜਿਵੇਂ ਇੱਥੇ 20 ਨਾਲ ਭਾਗ ਕੀਤਾ ਹੋਇਆ D ਨੂੰ, ਉਹ ਨਹੀਂ ਕਰਨਾ, ਬਸ ਉੱਥੇ ਸਿੰਪਲ ਹੀ ਹੁੰਦਾ ਗਾ। ਜਿਵੇਂ ਕਿ ਆਹ ਸਵਾਲ 'ਚ ਕੀਤਾ ਹੋਇਆ, ਸਿੱਧਾ ਕੀ ਕਰਦੇ ਹਾਂ, ਸਿਗਮਾ FI DI ਨੂੰ, ਜਿਵੇਂ ਹੁਣ ਇੱਥੇ 30 15 15 30 45, ਇਹਨੂੰ 10 ਨਾਲ ਭਾਗ ਨਹੀਂ ਕੀਤਾ ਹੋਇਆ, ਚਾਹੇ 5 ਨਾਲ ਵੀ ਨਹੀਂ ਭਾਗ ਕੀਤਾ ਹੋਇਆ। ਬਸ ਸਿੱਧਾ ਕੀ ਕਰਨਾ, ਤੁਸੀਂ FI ਕੱਢ ਲਏ, XI ਕੱਢ ਲਏ, ਅਤੇ XI ਦੇ ਵਿੱਚੋਂ DI ਕੱਢ ਲਈ, ਕੋਈ ਇੱਕ ਕਾਲਪਨਿਕ ਵਿਧੀ, ਕਾਲਪਨਿਕ ਲੈ ਕੇ ਮੱਧਮਾਨ, ਠੀਕ ਹੈ। ਆਪਾਂ ਇਹਨਾਂ ਦੇ ਵਿੱਚੋਂ 47.5 ਮੱਧਮਾਨ ਮੰਨਿਆ ਹੋਇਆ। ਮੱਧਮਾਨ ਉਹਦੇ 'ਚ ਵੀ ਉਹੀ ਮੰਨਣਾ ਸਟੈਪ ਡੈਵੀਏਸ਼ਨ ਦੇ ਵਿੱਚ ਵੀ, ਪਰ ਇਹਦੇ ਵਿੱਚ ਕੀ ਆ, ਆਪਾਂ H ਨਾਲ ਬਸ ਭਾਗ ਨਹੀਂ ਕਰਨਾ, ਅੱਗੇ ਜਾ ਕੇ H ਨਾਲ ਗੁਣਾ ਨਹੀਂ ਕਰਨਾ। ਜਿਵੇਂ ਇੱਥੇ ਫਾਰਮੂਲਾ ਹੁੰਦਾ ਨਾ, ਆਹ ਦੇਖੋ ਇਹ ਹੁੰਦਾ ਸੀ, ਜਿਵੇਂ ਹੁਣ ਇੱਥੇ DI ਨਾਲ 20 ਨੂੰ ਭਾਗ ਕਰਕੇ UI ਬਣਾ ਲਿਆ, ਬਸ ਉੱਥੇ DI ਰੱਖਣਾ ਹੁੰਦਾ, ਠੀਕ ਹੈ ਰਾਜੇ। ਜੇ ਭਾਗ ਕਰਾਂਗੇ ਤਾਂ UI ਬਣੂਗਾ, ਨਹੀਂ ਤਾਂ DI ਹੀ ਰਹੂਗਾ, ਠੀਕ ਹੈ। ਹੁਣ 14.2 ਦੇ ਜਿਹੜੇ ਜਿੰਨੇ ਵੀ ਸਵਾਲ ਨੇ, ਇਹ ਸਾਰੇ ਜਮ੍ਹਾਂ ਇੱਕੋ ਜਿਹੇ ਸਵਾਲ ਨੇ, ਬਿਲਕੁਲ ਸੇਮ। ਸਿਰਫ ਜਿਹੜਾ ਤੀਜਾ ਸਵਾਲ ਆ ਉਹਦੇ ਵਿੱਚ ਕੀ ਕੀਤਾ ਹੋਇਆ, ਤੁਹਾਨੂੰ ਸੰਚਮੀ ਵਾਰ ਉਲਟ ਫੁਲਟੇ ਦਿੱਤਾ ਹੋਇਆ, ਤੀਜਾ ਵੀ ਨਿਕਲ ਜੂਗਾ, ਇਹਦੇ ਵਿੱਚ ਵੀ ਕੁਛ ਨਹੀਂ ਹੈਗਾ, ਸਾਰੇ ਸਵਾਲ ਸੇਮ ਹੀ ਨੇ। ਬਸ ਸਿਰਫ ਇਹਦੇ ਵਿੱਚ ਇੰਨਾ ਕੀਤਾ ਹੋਇਆ ਵੀ ਨਾਲ ਤੁਹਾਨੂੰ ਐਂ ਕਹਿ ਦੇਣਗੇ ਵੀ ਮੱਧਮਾਨ ਵੀ ਪਤਾ ਕਰੋ। ਬੋਲਕ ਤਾਂ ਤੁਹਾਨੂੰ ਮੈਂ ਸਿਖਾਤਾ ਵੀ ਬੋਲਕ ਕੱਢਣ ਦਾ ਕੀ ਫਾਰਮੂਲਾ ਹੁੰਦਾ ਹੈ, ਸਾਰੇ ਬੱਚਿਆਂ ਨੇ ਇਹ ਯਾਦ ਕਰਨਾ, ਅਤੇ ਇਹਦੇ ਨਾਲ ਮੱਧਮਾਨ ਵੀ ਪਤਾ ਕਰਨਾ, ਠੀਕ ਹੈ ਰਾਜੇ। ਬੋਲਕ ਦਾ ਫਾਰਮੂਲਾ ਤੁਸੀਂ ਦੁਬਾਰਾ ਦੇਖ ਲਓ, L + F0 - F1 ਬਟਾ 2F1 - F0 - F2 ਗੁਣਾ H, ਠੀਕ ਹੈ। ਇਹ ਹੁੰਦਾ ਬੋਲਕ ਦਾ ਫਾਰਮੂਲਾ। F0 ਵਗੈਰਾ ਕਿੱਥੋਂ ਨਿਕਲਦੇ ਆ, ਬੋਲਕ ਬਸ ਯਾਦ ਰੱਖਣਾ, ਬੋਲਕ ਉਹ ਹੁੰਦਾ ਜਿਹੜਾ ਸਭ ਤੋਂ ਜ਼ਿਆਦਾ ਵਾਰ ਆਉਂਦਾ। ਇਹਦੇ ਵਿੱਚੋਂ ਦੇਖ ਲਓ ਜਿਹੜਾ ਸਭ ਤੋਂ ਜ਼ਿਆਦਾ ਵਾਰ ਕਿਹੜਾ ਹੁੰਦਾ, ਉਹਨੂੰ ਕੀ ਮੰਨਣਾ ਤੁਸੀਂ, F1, ਉਦੋਂ ਉੱਪਰ ਵਾਲੇ ਨੂੰ F0, ਅਤੇ ਉਦੋਂ ਹੇਠਾਂ ਵਾਲੇ ਨੂੰ F2, ਠੀਕ ਹੈ। ਇਹਦੇ ਜਿਹੜਾ ਸਾਹਮਣੇ ਵਾਲਾ ਹੁੰਦਾ ਉਹ L ਹੁੰਦਾ, ਠੀਕ ਹੈ ਰਾਜੇ। ਇਸੇ ਤਰੀਕੇ ਨਾਲ ਤੁਸੀਂ ਆਹ ਫਾਰਮੂਲੇ ਦੇ ਵਿੱਚ ਮੁੱਲ ਭਰ ਦੇਣੇ ਆ। L ਯਾਦ ਰੱਖਣੀ ਆ, L ਇਹਦਾ ਜਿਹੜਾ ਸਭ ਤੋਂ ਜ਼ਿਆਦਾ ਵਾਲਾ, ਇਹਦੇ ਸਾਹਮਣੇ ਵਾਲਾ ਹੀ L ਹੁੰਦਾ, ਠੀਕ ਹੈ ਰਾਜੇ। ਇਸ ਤਰੀਕੇ ਨਾਲ ਇਹ ਸਾਰੇ ਸਵਾਲ ਹੋ ਜਾਣਗੇ ਤੁਹਾਡੇ। ਅਤੇ ਹੁਣ ਹੈਗਾ ਤੁਹਾਡਾ 14.3 ਆ ਜੋ, ਜਿਹਦੇ ਵਿੱਚ ਕੀ ਹੁੰਦੀ ਆ, ਆਪਾਂ ਪਤਾ ਕਰਨੀ ਹੁੰਦੀ ਆ ਮੱਧਿਕਾ। ਦੇਖੋ, ਹੇਠ ਲਿਖੀ ਬਾਰੰਬਾਰਤਾ ਵੰਡ ਕਿਸੇ ਮੁਹੱਲੇ ਦੇ 68 ਉਪਭੋਗਤਾਵਾਂ ਦੀ ਬਿਜਲੀ ਦੀ ਮਹੀਨੇਵਾਰ ਖਪਤ ਦਰਸਾਉਂਦਾ ਹੈ। ਇਹਨਾਂ ਅੰਕੜਿਆਂ ਦਾ ਮੱਧਮਾਨ, ਬੋਲਕ ਅਤੇ ਮੱਧਿਕਾ ਪਤਾ ਕਰੋ। ਹੁਣ ਰਾਜੇ ਦੇਖੋ, ਤੁਹਾਨੂੰ ਬੋਲਕ ਵੀ ਸਿਖਾਤਾ ਅਤੇ ਮੱਧਮਾਨ ਵੀ ਸਿਖਾਇਆ ਹੋਇਆ, ਠੀਕ ਹੈ। ਅਤੇ ਤੁਹਾਡਾ ਹੁਣ ਮੱਧਿਕਾ ਰਹਿ ਗਈ ਆ। ਮੱਧਿਕਾ ਜਦੋਂ ਸਿੱਖ ਲਓਗੇ, ਪੇਪਰ ਦੇ ਵਿੱਚ ਇਹੋ ਜਿਹੇ ਸਵਾਲ ਆਉਣੇ ਆ ਵੀ ਤੁਹਾਨੂੰ ਤਿੰਨੇ ਚੀਜ਼ਾਂ ਪਤਾ ਕਰਨੀਆਂ ਆਉਣਗੀਆਂ, ਮੱਧਮਾਨ, ਮੱਧਿਕਾ, ਬੋਲਕ। ਅੰਕੜੇ ਸੌਖੇ ਆਉਣਗੇ ਅਤੇ ਤਿੰਨੇ ਚੀਜ਼ਾਂ ਪਤਾ ਕਰਨੀਆਂ ਹੋ ਸਕਦੀਆਂ ਨੇ, ਠੀਕ ਹੈ। ਇਸ ਤਰ੍ਹਾਂ ਦੇ ਸਵਾਲ ਜ਼ਿਆਦਾਤਰ ਆਉਂਦੇ ਨੇ। ਜਿਵੇਂ ਪਹਿਲਾ ਸਵਾਲ 65 ਤੋਂ 85, 85 ਤੋਂ 105 ਐਂ ਕਰਕੇ ਦਿੱਤਾ ਹੋਇਆ, ਅਤੇ ਉਪਭੋਗਤਾਵਾਂ ਦੀ ਸੰਖਿਆ ਦਿੱਤੀ ਹੋਈ ਆ। ਆਪਾਂ ਇਹਦੀ ਸਭ ਤੋਂ ਪਹਿਲਾਂ ਮੱਧਿਕਾ ਪਤਾ ਕਰਨੀ ਸਿੱਖਾਂਗੇ, ਠੀਕ ਹੈ। ਇਹਦੇ ਵਿੱਚ ਕੀ ਕਰਨਾ ਹੁੰਦਾ, ਆਪਾਂ ਸਭ ਤੋਂ ਪਹਿਲਾਂ ਦੇਖੋ, ਆਪਾਂ ਕੀ ਕਰਨਾ ਇਹਦੇ 'ਚ, ਪਹਿਲਾਂ ਸੰਚਮੀ ਬਾਰੰਬਾਰਤਾ ਪਤਾ ਕਰਨੀ ਆ। ਮਹੀਨੇਵਾਰ ਖਪਤ ਹੋ ਗਈ, ਉਪਭੋਗਤਾਵਾਂ ਦੀ ਸੰਖਿਆ। ਦੇਖੋ ਆਹ 4 ਉਵੇਂ ਲਿਖ ਲਿਆ, ਉਦੋਂ ਅਗਲਾ ਜੋੜਤਾ, 4 ਦੇ ਵਿੱਚ 5 ਜੋੜਤਾ 9, 9 ਦੇ ਵਿੱਚ 13 ਜੋੜਤਾ 22, 22 ਦੇ ਵਿੱਚ 20 ਜੋੜਤਾ 42, ਠੀਕ ਹੈ। ਇਹਨੂੰ ਮੈਂ ਦੁਬਾਰਾ ਕਰਕੇ ਦਿਖਾ ਦਿੰਦੀ ਸੰਚਮੀ ਬਾਰੰਬਾਰਤਾ ਕਿਵੇਂ ਕਰੀ ਆ। 4 ਐਵੇਂ ਲਿਖ ਲਿਆ, 4 ਤੇ 5 9, 9 ਤੇ 13 22, 22 ਤੇ 20 42, 42 ਤੇ 14 56, ਇਸ ਤਰੀਕੇ ਨਾਲ ਆ ਜਾਂਦੀ। 56 ਤੇ 8 64, 64 ਤੇ 4 68, ਠੀਕ ਹੈ। ਇਹਨਾਂ ਨੇ ਐਂ ਦੱਸਿਆ ਹੋਇਆ, ਅਤੇ ਇੱਥੇ ਐਨ, ਹੁਣ ਜਿਹੜਾ ਇਹ 68 ਹੈ, ਇਹ ਕੀ ਆ ਗਿਆ, N ਆ ਗਿਆ। ਆਪਾਂ ਕੀ ਪਤਾ ਕਰਨਾ ਹੁੰਦਾ, ਮੱਧਿਕਾ ਦਾ ਫਾਰਮੂਲਾ ਦੇਖ ਲਓ, N/2 - CF ਬਟਾ F ਗੁਣਾ H, ਠੀਕ ਹੈ। ਇਹ ਹੁੰਦਾ ਮੱਧਿਕਾ ਦਾ ਫਾਰਮੂਲਾ। ਇੱਕ ਵਾਰੀ ਆਪਾਂ ਹੋਰ ਵੀ ਕਨਫਰਮ ਕਰ ਲੈਂਦੇ ਹਾਂ, ਇਹਦੇ ਵਿਚਾਲੇ L+ ਵੀ ਹੁੰਦਾ, ਜਿਹੜੀ ਆਪਾਂ ਕਰਦੇ ਹਾਂ, ਠੀਕ ਹੈ। ਅਤੇ ਹੁਣ ਦੇਖੋ, ਇਹਦੇ ਵਿੱਚ ਆਪਾਂ ਕੀ ਕਰਨਾ, ਪਹਿਲਾਂ ਤੁਸੀਂ ਕੀ ਕੱਢੋਗੇ, ਇਸ ਸਵਾਲ ਦੇ ਵਿੱਚ ਪਹਿਲਾਂ ਤੁਸੀਂ N/2 ਕੱਢੋਗੇ। N/2 ਮਤਲਬ ਕਿ
68/2 ਇਹਨੂੰ ਭਾਗ ਕਰਕੇ ਆ ਜਾਊਗਾ 34। ਠੀਕ ਹੈ, ਹੁਣ 34 ਦੇਖੋ ਇਹਦੇ ਵਿੱਚੋਂ ਕਿੱਥੇ ਜੇ ਆਉਂਦਾ। 34 ਇਹਦੇ 'ਚ ਲਾਈ ਕਰਦਾ ਨਾ, ਇਹਦੇ 'ਚ ਉਹਨੂੰ ਕਹਿ ਦਿੰਦੇ ਆਪਾਂ ਵੀ ਕਿੱਥੇ ਜੇ ਲਾਈ ਕਰਦਾ, ਕਿਉਂਕਿ ਦੇਖੋ ਆ ਤਾਂ ਛੋਟਾ ਰਹਿ ਗਿਆ, ਵੱਡਾ ਹੋ ਗਿਆ, ਤਾਂ ਇਹਨੂੰ ਇਹ ਇਹਦੇ 'ਚ ਲਾਈ ਕਰਦਾ। ਠੀਕ ਹੈ, ਇਹਦੇ ਸਾਹਮਣੇ ਵਾਲੀ ਹੁੰਦੀ ਹੈ ਐਫ, ਧਿਆਨ ਰੱਖਣਾ ਇਹ ਚੀਜ਼, ਇਹਦੇ ਸਾਹਮਣੇ ਵਾਲੀ ਹੁੰਦੀ ਹੈ ਐਫ ਅਤੇ ਇਹਦੇ ਉੱਪਰਲੇ ਵਾਲੀ ਹੁੰਦੀ ਆ ਸੀ ਐਫ। ਠੀਕ ਹੈ, ਸਾਹਮਣੇ ਵਾਲੀ ਐਫ, ਉੱਪਰਲੇ ਵਾਲੀ ਸੀ ਐਫ। ਸਾਹਮਣੇ ਤੋਂ ਹੋਰ ਗਾਂਹ ਚਲੇ ਜਾਓ, ਆ ਇਹਦੀ 125 ਕੀ ਆ ਜੂਗੀ ਐਲ। ਠੀਕ ਹੈ ਰਾਜੇ, ਇਹ ਕੀ ਆ ਗਿਆ ਐਲ। ਮੱਧਿਕਾ ਕੱਢਣ ਦਾ ਫਾਰਮੂਲਾ ਇਹੀ ਹੈ, ਸਭ ਤੋਂ ਪਹਿਲਾਂ ਸੰਚਮੀ ਬਾਰੰਬਾਰਤਾ ਬਣਾਓ, ਉਸ ਤੋਂ ਬਾਅਦ ਜਿਹੜਾ ਐਂਡ 'ਤੇ ਆ ਜਾਂਦਾ ਇਹ ਇਹਨਾਂ ਸਭ ਦਾ ਜੋੜ ਹੀ ਹੁੰਦਾ ਗਾ। ਤੁਸੀਂ ਕਰਕੇ ਦੇਖ ਲਓ, ਇਹਨਾਂ ਸਭ ਦਾ ਜੋੜ 68 ਹੀ ਆਊਗਾ। 68 n/2 ਕਰੋਗੇ। ਠੀਕ ਹੈ, ਐਲ ਹੁਣ ਐਲ ਕਿੰਨੀ ਆ 125 ਪਲੱਸ n/2 ਕਿੰਨਾ ਹੈ, n/2 ਕਿੰਨਾ ਆਇਆ ਸੀ ਆਪਣੇ ਕੋਲ 34 ਮਾਈਨਸ ਸੀ ਐਫ ਕਿੰਨਾ ਆਇਆ ਸੀ, ਦੇਖੋ ਜਿਹੜਾ 34 ਆ ਉਹ ਇੱਥੇ ਲਾਈ ਕਰਿਆ ਸੀ, ਤਾਂ ਸੀ ਐਫ ਇਹਦੇ ਉੱਪਰ ਆਊਗਾ, ਉੱਪਰ ਵਾਲਾ 22 ਐਫ ਕਿੰਨਾ ਆਇਆ ਸੀਗਾ 20। ਠੀਕ ਹੈ, ਐਫ 20 ਗੁਣਾ ਐਚ, ਉਹੀ ਜਿਹੜਾ ਇਹਨਾਂ ਦੇ ਵਿੱਚ ਫਰਕ ਹੈ 125 ਅਤੇ 145 ਦੇ ਵਿੱਚ ਐਚ ਕਿੰਨਾ ਆ ਗਿਆ 20, ਸਭ ਦਾ ਫਰਕ ਆ ਗਿਆ ਐਚ 20। ਠੀਕ ਹੈ, 34 ਚੋਂ 22 ਕੱਢ ਦਿਓ, ਕਿੰਨੇ ਰਹਿ ਗਏ ਰਾਜੇ 4 ਚੋਂ 2 ਵੱਡੇ 3 ਚੋਂ 2 ਵੱਡੇ 1 12/20 ਗੁਣਾ ਉੱਧਰ ਵੀ 20 ਹੈ ਪਲੱਸ 125। ਠੀਕ ਹੈ, ਆਹ 20 ਨਾਲ ਸਿੱਧਾ 20 ਕੱਟਿਆ ਗਿਆ, ਇੱਥੇ ਰਹਿ ਗਿਆ 12, ਕਿੰਨੀ ਆ ਗਈ ਇਹ 137। ਤਾਂ ਮੱਧਿਕਾ ਕਿੰਨੀ ਆ ਗਈ 137। ਮੱਧਿਕਾ ਕੱਢਣ ਦਾ ਇਹੀ ਫਾਰਮੂਲਾ ਹੈਗਾ। ਠੀਕ ਹੈ, ਦੁਬਾਰਾ ਦੇਖ ਲਓ ਕੀ ਕਰਨਾ ਹੈ, ਆਹ ਉਵੇਂ ਲਿਖ ਲਓ ਅੰਕੜੇ, ਆਹ ਅੰਕੜੇ ਉਵੇਂ ਲਿਖੇ ਜਾਣਗੇ, ਆਹ ਐਫ ਉਵੇਂ ਲਿਖਿਆ ਜਾਊਗਾ, ਐਫ ਦੇ ਵਿੱਚੋਂ ਸੀ ਐਫ ਲਾਉਣੀ ਹੈ, 4 ਉਵੇਂ ਲਿਖ ਲਿਆ, 4 ਅਤੇ 5 9, 9 ਅਤੇ 13 22, ਇਸ ਤਰੀਕੇ ਨਾਲ ਸੀ ਐਫ ਬਣਾਉਣੀ ਆ। ਅਖੀਰ ਵਾਲੇ ਨੂੰ n/2 ਕਰ ਦੇਣਾ, n/2 ਕਰਕੇ ਆ ਜਾਊਗਾ 34 ਜਿੰਨਾ ਆ ਗਿਆ। ਉਹ ਫਿਰ ਦੇਖਣਾ ਆਪਾਂ ਕਿੱਥੇ ਜੇ ਲਾਈ ਕਰਦਾ, 22 ਤਾਂ ਛੋਟਾ ਰਹਿ ਗਿਆ ਤਾਂ ਹੇਠਾਂ ਇੱਥੇ ਲਾਈ ਕਰਦਾ, ਇਹਦਾ ਮਤਲਬ 42 ਦੇਖਣਾ ਗਾ, 42 'ਚ ਲਾਈ ਕਰਦਾ। ਠੀਕ ਹੈ, ਇੱਥੇ ਕਰੋ ਇਹਦੇ ਸਾਹਮਣੇ ਵਾਲਾ ਐਫ ਅਤੇ ਇਹਦੇ ਉੱਪਰ ਵਾਲਾ ਸੀ ਐਫ, ਇੱਦਾਂ ਹੁੰਦਾ। ਠੀਕ ਹੈ, ਅਤੇ ਫਿਰ ਹੁਣ ਆਪਾਂ ਨੂੰ ਐਫ ਵੀ ਪਤਾ ਲੱਗ ਗਿਆ, ਸੀ ਐਫ ਕੀ ਹੁੰਦਾ ਇਹਦਾ, ਜਦੋਂ ਐਫ ਤੋਂ ਅੱਗੇ ਵੀ ਚੱਲ ਜਾਓ ਆ ਜੂਗੀ ਐਲ, ਐਲ ਪਲੱਸ n/2 ਮਾਈਨਸ ਸੀ ਐਫ ਬਟਾ ਐਫ ਗੁਣਾ ਐਚ, 125 ਪਲੱਸ 34 ਮਾਈਨਸ 22, ਆਹ ਦੇਖੋ ਐਲ ਆ ਗਈ 125, n/2 34 ਸੀਗਾ ਮਾਈਨਸ ਸੀ ਐਫ ਕਿੰਨਾ ਸੀ 22 ਬਟਾ ਐਫ ਕਿੰਨਾ ਸੀ 20 ਅਤੇ ਐਚ ਕਿੰਨਾ 20, 20 ਨਾਲ 20 ਕੱਟਿਆ ਗਿਆ, 34 ਚੋਂ 22 ਕੱਢੇ ਰਹਿ ਗਏ 12। ਠੀਕ ਹੈ, ਅਤੇ ਹੁਣ 20 ਨਾਲ 20 ਕੱਟ ਗਿਆ, 125 ਦੇ ਵਿੱਚ ਸਿੱਧੇ 12 ਜੋੜ ਦਿਓ 137 ਆ ਗਿਆ। ਪਹਿਲੇ ਸਵਾਲ ਦੀ ਮੱਧਿਕਾ ਇਹ ਆ ਗਈ। ਹੁਣ ਤੁਸੀਂ ਅੱਗੇ ਕੀ ਕਰਨਾ, ਦੇਖੋ ਜਿਹੜਾ ਪਹਿਲਾ ਸਵਾਲ ਆ ਇਹ ਨਿਕਲ ਜੂਗਾ, ਦੂਜਾ ਸਵਾਲ ਆ ਉਹਦੇ ਵਿੱਚ ਐਕਸ ਅਤੇ ਵਾਈ ਦਾ ਮੁੱਲ ਪਤਾ ਕਰਨਾ, ਇਹ ਵੀ ਸੌਖਾ ਹੀ ਆ, ਇਹੋ ਜਿਹਾ ਸਵਾਲ ਆ ਜਾਂਦਾ ਹੁੰਦਾ। ਹੁਣ ਦੇਖੋ ਇਹਦੇ ਵਿੱਚ ਕੀ ਆ, ਤੀਜਾ ਸਵਾਲ ਦੇਖੋ ਜਿਹਦੇ ਵਿੱਚ ਲਿਖਿਆ 20 ਤੋਂ ਘੱਟ, ਇਹਦਾ ਮਤਲਬ 0 ਤੋਂ 20, 25 ਤੋਂ ਘੱਟ 0 ਤੋਂ 25, 30 ਤੋਂ ਘੱਟ 0 ਤੋਂ 25, 20 ਤੋਂ 25, 25 ਤੋਂ 30, 30 ਤੋਂ 35, ਐਂ ਕਰਕੇ ਤੁਸੀਂ ਇਹ ਤੀਜੇ ਸਵਾਲ ਦੇ ਆਪੇ ਬਣਾ ਲਓਗੇ। ਠੀਕ ਹੈ, ਅਤੇ ਹੁਣ ਇੱਕ ਚੌਥਾ ਸਵਾਲ ਆ, ਇਹਦੇ ਵਿੱਚ ਵੀ ਤੁਹਾਨੂੰ ਥੋੜ੍ਹੇ ਜਿਹੇ ਪੁਆਇੰਟਾਂ ਦੇ ਵਿੱਚ ਲਿਖਣੇ ਪੈਣਗੇ। ਜਿਵੇਂ ਚੌਥਾ ਸਵਾਲ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਪਹਿਲਾਂ ਇਹਦੇ ਤੁਹਾਨੂੰ ਵਰਗ ਅੰਤਰਾਲ ਵੀ ਚੇਂਜ ਕਰਨੇ ਪੈਣਗੇ। 117 ਤੋਂ 126 ਹੈ, ਦੇਖੋ ਨੋਟ ਕਰੋ, ਅਤੇ 127 ਤੋਂ 135 ਹੈ, 136 ਤੋਂ 144 ਹੈ, 145 ਤੋਂ 153 ਹੈ, 154 ਤੋਂ 162 ਹੈ, ਅਤੇ 163 ਤੋਂ 171 ਹੈ, 172 ਤੋਂ 180 ਹੈ, 172 ਤੋਂ 171 172 ਤੋਂ 180 ਹੈ, ਇੱਥੋਂ ਤੱਕ ਹੀ ਹੈ। ਹੁਣ ਦੇਖੋ ਬੇਟਾ ਇਹਦਾ ਜਿਹੜਾ ਹੈਗਾ, ਜਿਵੇਂ 118 ਤੋਂ 126 ਹੈ, 118 ਤੋਂ ਇਹਨੂੰ ਐ ਲਿਖ ਦਿਓ 117.5 ਤੋਂ 125.5, 126 ਹੈ ਨਾ, 126.5, ਇਹਨੂੰ ਅੱਗੇ ਇੱਧਰ ਕਰਤਾ ਹੈ ਪੁਆਇੰਟ, ਅੱਧਾ ਪੁਆਇੰਟ ਇੱਧਰ ਵਧਾਤਾ। ਠੀਕ ਹੈ, ਫਿਰ ਹੁਣ 126 ਹੈ ਨਾ, ਇਹਨੂੰ 126.5 ਲਿਖਿਆ। ਹੁਣ 127 ਇਹਨੂੰ ਵੀ ਲਿਖ ਲਓ 126.5, ਇਹਨੂੰ ਲਿਖ ਲਓ 135.5,
ਇਹਨੂੰ ਲਿਖ ਲਓ 135.5। ਇਹ ਆਪਾਂ ਰਾਜੇ ਕਿਉਂ ਕਰ ਰਹੇ ਹਾਂ, ਇਹਨੂੰ ਲਿਖ ਲਓ 144.5। ਦੇਖੋ ਇੱਧਰੋਂ 1.5 ਵਧਾ ਰਹੇ ਹਾਂ ਆਪਾਂ, ਇੱਧਰੋਂ 0.5 ਘਟਾ ਰਹੇ ਹਾਂ। ਇਹਦਾ ਮਤਲਬ ਕੀ ਹੁੰਦਾ, ਕੋਈ ਵੀ ਵਰਗ ਅੰਤਰਾਲ ਉਦੋਂ ਸਹੀ ਹੁੰਦੇ ਨੇ ਜਦੋਂ ਇਹਦੀ ਉੱਪਰਲੀ ਸੀਮਾ ਅਤੇ ਇਹਦੀ ਹੇਠਲੀ ਸੀਮਾ ਦੋਵੇਂ ਬਰਾਬਰ ਹੋਣ। ਹੁਣ ਆ ਰਹੇ ਨੇ ਨਾ ਬਰਾਬਰ, ਇਹਦੀ ਉੱਪਰਲੀ ਸੀਮਾ ਇਹਦੀ ਹੇਠਲੀ ਸੀਮਾ ਬਰਾਬਰ ਨੇ। ਫਿਰ ਉਸ ਤੋਂ ਬਾਅਦ ਉਹ ਇਹਦਾ ਤਾਂ ਆਪਾਂ ਤਾਂ ਕਰ ਰਹੇ ਹਾਂ, ਆਪਣੇ ਐਲ 'ਚ ਫਰਕ ਪਊਗਾ ਜਿਹੜੀ ਐਲ ਕੱਢਣੀ ਹੁੰਦੀ ਆ, ਠੀਕ ਹੈ ਨਾ ਜੀ। ਇਸ ਕਰਕੇ ਅਤੇ ਤੁਸੀਂ ਇਹ ਕਰ ਲਓਗੇ। ਚੌਥਾ ਸਵਾਲ ਇੱਦਾਂ ਆ ਜਾਊਗਾ। ਪੰਜਵਾਂ ਸਵਾਲ ਵੀ ਕੀਤਾ ਹੋਇਆ ਤੁਹਾਡਾ। ਵੈਸੇ ਤੁਹਾਨੂੰ ਇਹ ਸਾਰਾ ਕੁਛ ਸਕੂਲ 'ਚ ਕਰਾਇਆ ਹੋਇਆ, ਇਹ ਮੈਂ ਰਿਵੀਜ਼ਨ ਕਰਵਾ ਰਹੀ ਹਾਂ ਕਿਉਂਕਿ ਜਿਹੜਾ ਹੈਗਾ ਤੁਹਾਡਾ 14ਵਾਂ ਚੈਪਟਰ, ਇਹਦੇ ਵਿੱਚੋਂ ਕਾਫੀ ਚੈਪਟਰ ਆਉਂਦੇ ਨੇ, ਠੀਕ ਹੈ। 14.4 ਦੇ ਵਿੱਚ ਤੋਰਨ ਖਿੱਚਣ ਵਾਲਾ ਸੀ, ਇਹ ਸ਼ਾਇਦ ਘਟਾਤਾ ਹੈਗਾ, ਨਹੀਂ ਇੱਕ ਅੱਧਾ ਸਵਾਲ ਹੁੰਦਾ ਹੈਗਾ ਤਾਂ ਮੈਂ ਕਰਵਾ ਦੂੰਗੀ ਇਹ। ਵੈਸੇ 14.4 ਹੈ ਨਹੀਂ ਗੀ, 14.3 ਤੱਕ ਹੀ ਹੈ, ਠੀਕ ਹੈ ਬੱਚੇ। ਤੁਹਾਨੂੰ ਮੱਧਮਾਨ, ਮੱਧਿਕਾ, ਬੌਲਕ ਸਾਰਾ ਕਰਵਾ ਦਿੱਤਾ ਗਿਆ ਹੈ ਅਤੇ ਤੁਸੀਂ ਇਹ ਚੰਗੀ ਤਰ੍ਹਾਂ ਕਰਨਾ ਹੈ ਕਿਉਂਕਿ ਇਸ ਦੇ ਵਿੱਚੋਂ ਪੇਪਰ ਜ਼ਰੂਰ ਆਉਂਦਾ ਹੈ। ਚਾਹੇ ਮੱਧਮਾਨ ਮੱਧਿਕਾ ਕੱਢਣੀ ਕਹਿ ਦੇਣ, ਚਾਹੇ ਮੱਧਿਕਾ ਬੌਲਕ ਕੱਢਣਾ ਕਹਿ ਦੇਣ, ਚਾਹੇ ਮੱਧਮਾਨ ਬੌਲਕ ਆ ਜਾਏ, ਚਾਹੇ ਤਿੰਨੋਂ ਹੀ ਆ ਜਾਣ। ਸੌਖਾ ਜਿਹਾ ਸਵਾਲ ਦੇਖ ਕੇ ਕਹਿ ਦੇਣ ਵੀ ਦੇਖੋ ਬੱਚਿਆਂ ਨੂੰ ਤਿੰਨੋਂ ਆਉਂਦੇ ਆ ਕਿ ਨਹੀਂ, ਅਤੇ ਇਹ ਤੁਸੀਂ ਧਿਆਨ ਨਾਲ ਕਰਨੇ ਆ ਬੱਚਿਓ। ਥੈਂਕ ਯੂ।